major contributions to the world of journalism, not only in India, but outside of India as well. He has been to many North American universities, including Berkeley, University of Western Ontario. ਜਿਹੜਾ ਸੈਮੀਨਾਰ ਦਾ ਟੌਪਿਕ ਹੈ ਉਹ ਹੈਗਾ ਇਜ਼ ਇੰਡੀਆ ਸ਼ਾਈਨਿੰਗ, ਅਤੇ ਇਹ ਪ੍ਰੋਗਰੈਸਿਵ ਪੀਪਲਸ ਫਾਊਂਡੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਹੈ। ਜਿਹੜੇ PS ਸਾਈਨਾਥ ਨੇ, ਜਿਹੜੇ ਕਿ ਇੰਡੀਆ ਦੇ ਬੜੇ ਹੀ ਨੋਟਡ ਜਰਨਲਿਸਟ ਨੇ, ਉਹਨਾਂ ਨੂੰ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਆਫ ਅਲਬਰਟਾ ਵੱਲੋਂ ਇੱਕ ਆਨਰੇਰੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ ਸੀਗਾ। ਉਹ ਇਸ ਬਹਾਨੇ ਐਡਮਿੰਟਨ ਵਿੱਚ ਆਏ ਹੋਏ ਸਨ, ਅਤੇ ਅਸੀਂ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੂੰ ਇਸ ਮੰਚ 'ਤੇ ਲਿਆਂਦਾ ਹੈ। Is India shining? So there are two views, different views, and our today's celebrated author and reporter, he says that India, there are two Indias. One is 10%, which is enjoying every facility, every technology and city life, and the other part of India, which is about 77%, they are below poverty line, and their per day income is below 20 rupees a day. My own attitude is, for whom is it shining? So for some sections of the population have done very well out of the last 20 years. But the large majority of poor people have suffered great deprivation as a result of the policies and processes of the last 20 years. ਦਸ਼ਮੇਸ਼ ਟਾਇਰਸ ਐਂਡ ਲੂਬ ਵਾਲਿਆਂ ਕੋਲ ਟਰੱਕਾਂ ਅਤੇ ਕਾਰਾਂ ਦੇ ਹਰ ਕਿਸਮ ਦੇ ਅਮਰੀਕਾ ਤੇ ਚੀਨ ਦੇ ਬਣੇ ਹੋਏ ਟਾਇਰ ਬਹੁਤ ਹੀ ਘੱਟ ਕੀਮਤਾਂ ਤੇ ਮਿਲਦੇ ਹਨ। Dashmish Tires, how can I help you? My truck's tire flat. Can I have your location? ਮੋਬਾਈਲ ਸਰਵਿਸ 24 ਆਵਰਸ ਡੇ 7 ਡੇਜ਼ ਅ ਵੀਕ। ਟਾਇਰ ਰਿਪੇਅਰ ਕਰਨ ਦੇ ਨਾਲ ਟਾਇਰ ਬੈਲੈਂਸ, ਵੀਲ ਅਲਾਈਨਮੈਂਟ, ਟਰੱਕਾਂ ਦਾ ਆਇਲ ਚੇਂਜ ਅਤੇ ਇੰਸਪੈਕਸ਼ਨ ਦੀਆਂ ਸੇਵਾਵਾਂ ਵੀ ਉਪਲਬਧ ਹਨ। We are here to help you. Come to Dashmish Tires. ਕਾਲ ਕਰੋ ਮਨਜੀਤ ਖੋਸਾ ਜਾਂ ਗੈਰੀ ਧਾਲੀਵਾਲ ਨੂੰ। Dashmish Tires. ਐਡਮਿੰਟਨ ਦੇ ਸਿਲਵਰਬੇਰੀ ਏਰੀਆ ਦੇ ਵਿੱਚ ਖੁੱਲ੍ਹ ਚੁੱਕਾ ਹੈ ਨਵਾਂ ਪਲਾਜ਼ਾ ਪਾਲਿਕਾ ਬਾਜ਼ਾਰ, ਜਿੱਥੇ ਇੰਡੀਅਨ ਗਰੋਸਰੀ ਲਈ ਨਿਊ ਏਸ਼ੀਅਨ ਸੁਪਰ ਸਟੋਰ, ਪੀਜ਼ੇ ਲਈ ਪੀਜ਼ਾ ਡਿਪੂ ਤੇ ਲੀਕਰ ਲਈ ਗਲਾਸੀ ਲੀਕਰ ਖੁੱਲ੍ਹ ਚੁੱਕਾ ਹੈ। ਪਾਲਿਕਾ ਬਾਜ਼ਾਰ ਨਿਊ ਏਸ਼ੀਅਨ ਸੁਪਰ ਸਟੋਰ। ਤਾਜ਼ਾ ਫਲ, ਸਬਜ਼ੀਆਂ, ਮਸਾਲੇ, ਵੰਨ-ਸੁਵੰਨੇ ਅਚਾਰ, ਚਟਪਟੇ ਸਨੈਕਸ, ਆਟਾ, ਚੌਲ, ਦਾਲਾਂ ਤੇ ਹੋਰ ਬਹੁਤ ਸਾਰੀ ਸਸਤੀ ਤੇ ਸਾਫ਼ ਸੁਥਰੀ ਗਰੋਸਰੀ ਲਈ ਚੱਲੇ ਆਓ ਪਾਲਿਕਾ ਬਾਜ਼ਾਰ ਵਿੱਚ ਨਵੇਂ ਖੁੱਲ੍ਹੇ ਨਿਊ ਏਸ਼ੀਅਨ ਸੁਪਰ ਸਟੋਰ ਤੇ। ਆਡੀਓ ਸੀਡੀਜ਼, ਨਵੀਆਂ ਤੇ ਪੁਰਾਣੀਆਂ ਮੂਵੀਜ਼ ਦੀ ਭਾਰੀ ਸਿਲੈਕਸ਼ਨ ਇਹਨਾਂ ਕੋਲ ਮੌਜੂਦ ਹੈ। ਰਸੋਈ ਦੀ ਵਰਤੋਂ ਵਿੱਚ ਆਉਣ ਵਾਲੇ ਬਰਤਨ ਵੀ ਇਹਨਾਂ ਤੋਂ ਖਰੀਦ ਸਕਦੇ ਹੋ। ਨਿਊ ਏਸ਼ੀਅਨ ਸੁਪਰ ਸਟੋਰ, ਜਿੱਥੇ ਮੱਲੀ ਬ੍ਰਦਰਜ਼ ਖਿੜੇ ਮੱਥੇ ਤੁਹਾਡਾ ਸਵਾਗਤ ਕਰਦੇ ਨੇ। ਵਧੀਆ ਤੇ ਸਵਾਦੀ ਪੀਜ਼ਾ ਖਾਣ ਲਈ ਹੁਣੇ ਹੀ ਕਾਲ ਕਰੋ ਪਾਲਿਕਾ ਬਾਜ਼ਾਰ ਵਿੱਚ ਨਵੇਂ ਖੁੱਲ੍ਹੇ ਪੀਜ਼ਾ ਡਿਪੂ ਤੇ। We want to thank everyone in the community for all the support that they've given us, and we really appreciate the business. We are every day striving to make our quality better and better. We have a great product and we're making it better every day. Please give us a call at 487-9711. ਐਡਮਿੰਟਨ ਸ਼ਹਿਰ ਦੇ ਪਾਲਿਕਾ ਬਾਜ਼ਾਰ ਵਿੱਚ ਖੁੱਲ੍ਹ ਗਿਆ ਹੈ ਗਲਾਸੀ ਲੀਕਰ ਸਟੋਰ। We have the largest selection of wine in town. Our beer selection ranges from those old standbys to craft microbrews and imports. And don't forget about our wide selection of top shelf liquors, including designer vodka, tequila, rum, and hard to find scotch. ਵਿਆਹ, ਸ਼ਾਦੀ, ਬਰਥਡੇ ਪਾਰਟੀ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਸੇਵਾ ਦਾ ਮੌਕਾ ਦਿਓ ਹਰਦੀਪ ਬੜੈਚ ਜਾਂ ਦੀਪ ਮਲਹੰਸ ਨੂੰ। ਕੀਮਤਾਂ ਬਹੁਤ ਹੀ ਘੱਟ। ਗਲਾਸੀ ਲੀਕਰ। ਭਾਜੀ, ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। Are you satisfied now? It's more than enough. Kapil ji, you're the best. Thank you, Kapil sir. ਤੁਸੀਂ ਤੇ ਕਮਾਲ ਕਰਦੇ ਹੋ। Thank you. Thank you very much. You're one of the best accountants I ever found. KP Accounting and Tax Services, ਪਤਾ 135 ਮਿਲਬੌਰਨ ਰੋਡ ਈਸਟ ਤੇ ਫੋਨ ਨੰਬਰ 7804692677। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬੈਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੂਰ ਸਰਵਿਸ। ਯੂ ਕੈਨ ਗਿਵ ਮੀ ਕਾਲ ਐਨੀ ਟਾਈਮ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾ ਆਫਿਸ।
ਦੋਸਤੋ ਕੈਨੇਡਾ ਦੇ ਵਿੱਚ ਜਿਉਂ ਹੀ ਗਰਮੀਆਂ ਆਉਂਦੀਆਂ ਨੇ ਹਿੰਦੁਸਤਾਨ ਦੇ ਵਿੱਚੋਂ ਭਾਰੀ ਗਿਣਤੀ ਦੇ ਵਿੱਚ ਪੰਜਾਬੀ ਕਲਾਕਾਰ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਪਰਫਾਰਮ ਕਰਨ ਵਾਸਤੇ ਪਹੁੰਚਦੇ ਨੇ। ਬਹੁਤੇ ਸ਼ੋਅ ਜਿਹੜੇ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕੀਤੇ ਹੁੰਦੇ ਨੇ ਉਹ ਸਫਲ ਵੀ ਹੁੰਦੇ ਨੇ ਤੇ ਬਹੁਤੀ ਵਾਰ ਕੀ ਹੁੰਦਾ ਹੈ ਕਿ ਸਾਡੇ ਪ੍ਰਮੋਟਰ ਸੱਜਣਾਂ ਦੀ ਵਜ੍ਹਾ ਕਰਕੇ ਇਹ ਜਿਹੜੇ ਸ਼ੋਅ ਨੇ ਇਹ ਫਲਾਪ ਵੀ ਹੁੰਦੇ ਨੇ। ਇਹ ਸ਼ੋਅ ਦੀ ਸਫਲਤਾ ਦੇ ਉੱਪਰ ਜਿਹੜੇ ਸਾਰੇ ਕਲਾਕਾਰ ਨੇ ਉਹ ਪਹੁੰਚਣਗੇ ਜਾਂ ਨਹੀਂ ਪਹੁੰਚਣਗੇ, ਸਾਊਂਡ ਸਿਸਟਮ ਕਿਵੇਂ ਦਾ ਹੋਵੇਗਾ, ਉਹਦੇ ਉੱਪਰ ਇੱਕ ਸਵਾਲੀਆ ਚਿੰਨ੍ਹ ਖੜਾ ਕਰ ਦਿੱਤਾ ਜਾਂਦਾ ਹੈ। ਪਿਛਲੇ ਦਿਨੀ ਐਡਮਿੰਟਨ ਸ਼ਹਿਰ ਦੇ ਵਿੱਚ ਮਿਸ ਪੂਜਾ, ਦਲਜੀਤ ਤੇ ਰੋਸ਼ਨ ਪ੍ਰਿੰਸ ਦਾ ਇੱਕ ਸ਼ੋਅ ਕਰਵਾਇਆ ਗਿਆ। ਇਸ ਸ਼ੋਅ ਨੂੰ ਨਾਂ ਦਿੱਤਾ ਗਿਆ ਤੀਆਂ ਦੇ ਮੇਲੇ ਦਾ, ਜੋ ਕਿ ਸਿਰਫ ਔਰਤਾਂ ਵਾਸਤੇ ਸੀ। ਸਾਰੇ ਅਖਬਾਰਾਂ ਦੇ ਵਿੱਚ ਤੇ ਪੋਸਟਰਸ ਦੇ ਉੱਪਰ ਵੀ ਇਹੀ ਸੀ ਕਿ ਇਹ ਜਿਹੜਾ ਸ਼ੋਅ ਹੈ ਇਹ ਸਿਰਫ ਔਰਤਾਂ ਵਾਸਤੇ ਹੈ। ਪਰ ਸ਼ੋਅ ਤੇ ਪਹੁੰਚਣ ਤੇ ਪਤਾ ਲੱਗਾ ਕਿ ਉੱਥੇ ਜੈਂਟਸ ਵੀ ਮੌਜੂਦ ਸਨ, ਜਿਸ ਦਾ ਜਿਹੜੀਆਂ ਉੱਥੇ ਪ੍ਰੋਗਰਾਮ ਵੇਖਣ ਪਹੁੰਚੀਆਂ ਭੈਣਾਂ ਨੇ ਬਹੁਤ ਹੀ ਬੁਰਾ ਮਨਾਇਆ। ਤੇ ਨਾਲ ਦੀ ਨਾਲ ਹੀ ਇਸ ਸ਼ੋਅ ਦੇ ਵਿੱਚ ਸਿਰਫ ਰੋਸ਼ਨ ਪ੍ਰਿੰਸ ਨੇ ਹੀ ਪਰਫਾਰਮ ਕੀਤਾ। ਮਿਸ ਪੂਜਾ ਤੇ ਦਲਜੀਤ ਨੇ ਇਸ ਸ਼ੋਅ ਦੇ ਵਿੱਚ ਪਰਫਾਰਮ ਨਹੀਂ ਕੀਤਾ। ਉਹਨਾਂ ਨੇ ਪਰਫਾਰਮ ਕਿਉਂ ਨਹੀਂ ਕੀਤਾ, ਪ੍ਰਮੋਟਰਸ ਦੇ ਵੱਲੋਂ ਇਸ ਸਵਾਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਿਹੜੀ ਆਡੀਅנס ਉੱਥੇ ਪਹੁੰਚੀ ਸੀ ਉਹਦੇ ਵਿੱਚੋਂ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਸਨ ਉਹ ਸਬਜ਼ੀ ਮੰਡੀ ਪਹੁੰਚ ਗਈਆਂ। ਸਬਜ਼ੀ ਮੰਡੀ ਵਾਲਿਆਂ ਨੇ ਹੀ ਇਸ ਸ਼ੋਅ ਨੂੰ ਆਰਗੇਨਾਈਜ਼ ਕੀਤਾ ਸੀ ਤੇ ਉਹ ਆਪਣੀ ਟਿਕਟਾਂ ਦੇ ਪੈਸੇ ਵਾਪਸ ਲੈਣ ਲਈ ਮੰਗ ਕਰ ਰਹੀਆਂ ਸਨ ਤੇ ਨਾਲ ਦੀ ਨਾਲ ਇਹ ਕਹਿ ਰਹੀਆਂ ਸੀ ਕਿ ਜਾਂ ਤਾਂ ਸਾਡੇ ਪੈਸੇ ਵਾਪਸ ਕੀਤੇ ਜਾਣ ਤੇ ਜਾਂ ਫਿਰ ਇਸ ਸ਼ੋਅ ਨੂੰ ਦੁਬਾਰਾ ਕਰਵਾਇਆ ਜਾਵੇ। ਸਬਜ਼ੀ ਮੰਡੀ ਤੇ ਪੁਲਿਸ ਵੀ ਕਾਲ ਕੀਤੀ ਗਈ ਤੇ ਪੁਲਿਸ ਵਾਲਿਆਂ ਨੇ ਵੀ ਜੋ ਔਰਤਾਂ ਨੂੰ ਸਿਵਲ ਕੋਰਟ ਦੇ ਵਿੱਚ ਜਾਣ ਦੀ ਸਲਾਹ ਦਿੱਤੀ। ਦੇਖੋ ਜੀ ਪਿਕਚਰ ਸਾਰੇ ਸਿੰਗਰਸ ਦੀ ਤੁਸੀਂ ਤੇ ਇਹਨਾਂ ਨੇ ਸਾਨੂੰ ਬੁਲਾਇਆ, ਅਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਪ੍ਰੋਗਰਾਮ ਦੇਖਣ ਆਏ ਤੇ ਇਹਨਾਂ ਨੇ ਸਿਰਫ ਇੱਕ ਸਿੰਗਰ ਲਾਈ ਰੱਖਿਆ। ਸਾਨੂੰ ਕਹਿ ਰਹੇ ਸੀ ਬਾਰ-ਬਾਰ ਕਿ ਪੂਜਾ ਆ ਰਹੀ ਹੈ, ਪੂਜਾ ਆ ਰਹੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਫੇਰ ਕਿਹਾ 5 ਮਿੰਟ ਤੁਸੀਂ ਰੁਕੋ। ਕਾਫੀ ਦੇਰ ਉਹਨੂੰ ਹੀ ਲਾ ਕੇ ਸਾਡਾ ਟਾਈਮ ਵੇਸਟ ਕਰੀ ਗਏ। ਵੈਸੇ ਉਹਨੇ ਬਹੁਤ ਅੱਛਾ ਗਾਇਆ ਤੇ ਪਰ ਬਾਅਦ ਵਿੱਚ ਕਹਿੰਦੇ ਸੀਗੇ ਪੂਜਾ ਦੇ ਨਾਲ ਉਹ ਜ਼ਿਆਦਾ ਸਾਡੇ ਨਾਲ ਰੇਟ ਨਹੀਂ ਹੋਇਆ, ਇਸ ਲਈ ਪੂਜਾ ਨਹੀਂ ਆ ਰਹੀ। 에ਅਰਲਾਈਨ ਤੇ ਕੁਝ ਕਿਹਾ ਹੀ ਨਹੀਂ ਹੈਗਾ, ਕਹਿੰਦੇ ਨਹੀਂ ਐਕਸਪਲੇਨ ਨਹੀਂ ਕੀਤਾ। ਪਰ ਫਿਰ ਇਹਨਾਂ ਨੇ ਕੀ ਕੀਤਾ, ਫਿਰ ਉਹ ਸਾਰੇ ਸਾਜ਼ ਇਕੱਠੇ ਕਰਕੇ ਚਲੇ ਗਏ, ਕਹਿੰਦੇ ਸ਼ੋਅ ਨਹੀਂ ਹੋ ਰਿਹਾ। ਇੱਕ ਦੂਸਰੀ ਕੋਲੋਂ ਪਤਾ ਚੱਲਿਆ ਕਿ ਸ਼ੋਅ ਨਹੀਂ ਹੋ ਰਿਹਾ। ਪਹਿਲਾਂ ਉਹਨਾਂ ਨੇ ਇਹ ਬੋਲਿਆ ਸੀਗਾ ਕਿ ਮਿਸ ਪੂਜਾ ਨੇ ਆਉਣਾ ਨਹੀਂ ਕਿਉਂਕਿ ਘੱਟ ਹੈ ਨਹੀਂਗਾ। ਬਾਅਦ ਵਿੱਚ there was not enough people। ਬਾਅਦ ਵਿੱਚ ਉਹਨਾਂ ਨੇ ਇਹ ਬੋਲਿਆ ਕਿ ਉਹਨਾਂ ਨੇ 15,000 ਦੇਣਾ ਸੀ ਮਿਸ ਪੂਜਾ ਨੂੰ ਤੇ ਕੱਲਾ 4,000 ਦਿੱਤਾ ਆ ਤੇ ਬਾਕੀ ਪੈਸਾ ਉਹਨੂੰ ਨਹੀਂ ਦਿੱਤਾ ਤੇ ਤਾਂ ਉਹ ਆਈ ਨਹੀਂ। ਬਾਹਰ ਆ ਕੇ ਸਟੇਜ ਤੇ ਕੁਝ ਨਹੀਂ ਬੋਲੇ। ਅਸੀਂ ਸਾਰੇ ਵੇਟ ਕਰੀ ਜਾਂਦੇ, ਉਹ ਕਹਿੰਦੇ ਮਿਸ ਪੂਜਾ ਆਉਂਦੀ ਹੈ, ਮਿਸ ਪੂਜਾ ਆਉਂਦੀ ਹੈ, ਮਿਸ ਪੂਜਾ ਆਈ ਨਹੀਂ। ਸਾਰਾ ਪੈਕਿੰਗ ਉਹਨਾਂ ਨੇ ਕਰ ਲਿਆ ਤੇ ਅਸੀਂ ਵੇਟ ਕਰੀ ਗਏ। So all we want is our money back। That's about $30 worth of our time। ਦੁਬਾਰਾ ਵੀ ਸ਼ੋਅ ਕਰਾਣਗੇ, ਕਹਿਣਗੇ ਪੂਜਾ ਨੂੰ ਦਿਖਾਣਾ, ਅਸੀਂ ਪੂਜਾ ਨੂੰ ਨਹੀਂ ਦੇਖਣਾ ਹੁਣ। ਤੇ ਨਾਲੇ ਕਿਸੇ ਨੇ ਵੀ ਸਬਜ਼ੀ ਮੰਡੀ ਤੋਂ ਸਬਜ਼ੀ ਲੈਣ ਨਹੀਂ ਆਉਣੀ। ਸਬਜ਼ੀ ਮੰਡੀ ਹਾਏ, ਸਬਜ਼ੀ ਮੰਡੀ ਹਾਏ ਹਾਏ, ਸਬਜ਼ੀ ਮੰਡੀ ਹਾਏ ਹਾਏ, ਸਬਜ਼ੀ ਮੰਡੀ ਹਾਏ ਹਾਏ। ਸਾਡੇ ਤੇ ਪੁਲਿਸ ਫੋਨ ਕਰ ਲੈ, ਪੁਲਿਸ ਸਾਨੂੰ ਲੈ ਜੂਗੇ। ਅਸੀਂ ਕੋਈ ਚੋਰੀ ਨਹੀਂ ਕੀਤੀ। we're here for our money। ਅਸੀਂ ਪੇ ਕੀਤੇ ਆ ਸਾਡੀ ਟਿਕਟ। We have a proof that there was something that ਆ ਦੇਖੋ ਪੋਸਟਰ ਬਣਾ ਲੈਂਦੇ ਆ, ਉਹਦਾ ਕੋਈ ਵੀ ਨਹੀਂ ਹੈਗਾ। ਸਬਜ਼ੀ ਮੰਡੀ ਹਾਏ ਹਾਏ, ਸਬਜ਼ੀ ਮੰਡੀ ਹਾਏ ਹਾਏ, ਸਬਜ਼ੀ ਮੰਡੀ ਹਾਏ ਹਾਏ। The people who own this supermarket aren't responsible for giving people their money back for this event that apparently went wrong, I guess. So, okay, so they don't have the money to give you back your money. Okay, so you need to basically, it's a civil matter at this point. You need to go through civil court or contact the company who actually put on the concert. These guys were a sponsor, they didn't actually put on the concert. You need to contact the body who put on the concert, voice your concerns with them, and hopefully they'll return your money to you. Okay, but you can't do that here at the supermarket here. It'll have to be either through civil court or with the people who put on the concert. Taking our money, and then they have the show on. One guy is singing, that's it. And then they're saying, Pooja's coming, 10 more minutes. No Pooja. They start taking the stuff down, not even telling the audience. They're taking everything down and start walking off. And then they tell us, oh, she's not coming because there's not enough people. Then they tell us she's not coming because she didn't get paid. So they're making all these excuses. Meanwhile, they're backing up their truck and took off with all our money. Okay, so that's called fraud. I can definitely understand your concern with that. This, however, isn't the venue to take care of that concern. Okay, you need to contact a lawyer, and and your lawyer can contact their management, the people that ran the concert, and then you can. Well, the thing is, when you go through civil court, what you do is you sue for the money that you paid for the concert and also your legal fees.